ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ। ਅੱਜ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ 'ਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਆਪਾਂ ਇਹ ਵੀਡੀਓ ਬਣਾ ਰਹੇ ਹਾਂ। ਇੱਕ ਲੇਟੈਸਟ ਫੈਸਲਾ ਭਾਰਤ ਸਰਕਾਰ ਦੇ ਪਰਿਆਵਰਨ ਮੰਤਰਾਲੇ ਵੱਲੋਂ ਪਰਾਲੀ ਸਾੜਨ ਦੇ ਵਿਸ਼ੇ 'ਤੇ ਆਇਆ ਹੈ। ਉਸ ਦੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਇਹ ਫੈਸਲਾ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਰਾਲੀ ਸੰਬੰਧੀ ਕੇਸਾਂ ਦੀ ਸੁਣਵਾਈ ਹੋ ਰਹੀ ਹੈ, ਉਸ ਦੇ ਸੰਦਰਭ ਵਿੱਚ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਆਇਆ ਹੈ। ਅਸੀਂ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਲਈ ਦੱਸ ਰਹੇ ਹਾਂ ਕਿ ਸਾਡੇ ਕਿਸਾਨ ਵੀਰ ਵਿਸ਼ੇ ਦੀ ਗੰਭੀਰਤਾ ਨੂੰ ਸਮਝਣ। ਬੇਸ਼ੱਕ ਇਹ ਗੱਲ ਸੱਚ ਹੈ ਕਿ ਪਰਾਲੀ ਨੂੰ ਸੰਭਾਲਣ ਦਾ ਕਾਰਜ ਔਖਾ ਕਾਰਜ ਹੈ, ਪਰ ਸਾਨੂੰ ਇਹ ਕਰਨਾ ਪੈਣਾ ਹੈ। ਇਸ ਲਈ ਵੀ ਕਿ ਕਾਨੂੰਨ ਆਖਦਾ ਹੈ, ਸਗੋਂ ਇਸ ਲਈ ਵੀ ਸਾਨੂੰ ਪਰਾਲੀ ਨੂੰ ਇਸ ਤਰੀਕੇ ਨਾਲ ਸੰਭਾਲ ਕਰਨੀ ਚਾਹੀਦੀ ਹੈ, ਕਿਉਂਕਿ ਇਹਦਾ ਜਿਹੜਾ ਪ੍ਰਦੂਸ਼ਣ ਹੁੰਦਾ ਹੈ ਉਹ ਸਾਡੇ ਆਪਣੇ ਘਰਾਂ ਪਰਿਵਾਰਾਂ ਨੂੰ ਹੀ ਪ੍ਰਭਾਵਿਤ। ਇਸ ਦੇ ਪ੍ਰਦੂਸ਼ਣ ਨਾਲ ਨਾ ਕੇਵਲ ਦਿੱਲੀ ਕਦੋਂ ਪਹੁੰਚਦਾ ਹੈ ਉਹ ਇੱਕ ਵੱਖਰਾ ਇਸ਼ੂ ਹੈ। ਇਹ ਪ੍ਰਦੂਸ਼ਣ ਸਭ ਤੋਂ ਪਹਿਲਾਂ ਸਾਡੇ ਕਿਸਾਨ ਭਰਾਵਾਂ ਨੂੰ, ਸਾਡੇ ਪਿੰਡਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈਗਾ। ਔਰ ਦੂਸਰੀ ਗੱਲ, ਪ੍ਰਦੂਸ਼ਣ ਤੋਂ ਵੀ ਵੱਡੀ ਜਿਹੜੀ ਗੱਲ ਹੈ ਉਹ ਇਹ ਕਿ ਸਾਡੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਸ 'ਤੇ ਇਸ ਦਾ ਬੜਾ ਮਾੜਾ ਅਸਰ ਪੈਂਦਾ ਹੈ। ਅਸੀਂ ਕਿਸਾਨ ਪੂਰੀ ਦੁਨੀਆ ਦਾ ਢਿੱਡ ਭਰਦੇ ਹਾਂ। ਜੇ ਅਸੀਂ ਇਸ ਕੰਮ ਵਿੱਚ ਸਫਲ ਹੋ ਰਹੇ ਹਾਂ ਤਾਂ ਉਹ ਇਸ ਕਰਕੇ ਹੋ ਰਹੇ ਹਾਂ ਕਿ ਸਾਡੀਆਂ ਜ਼ਮੀਨਾਂ ਸਿਉਣਾ ਉਗਦੀਆਂ ਨੇ। ਇਹ ਤਾਂ ਉਗਦੀਆਂ ਨੇ ਕਿ ਉਪਜਾਊ ਨੇ, ਪਰ ਜੇ ਸਾਡੀਆਂ ਜ਼ਮੀਨਾਂ ਦੀ ਇਹ ਉਪਜਾਊ ਸ਼ਕਤੀ ਨਾ ਰਹੀ, ਪਹਿਲਾਂ ਵੀ ਇਹ ਸ਼ਕਤੀ ਘਟ ਰਹੀ ਹੈ ਕਿਉਂਕਿ ਅਸੀਂ ਲਗਾਤਾਰ ਫਸਲਾਂ ਲੈ ਰਹੇ ਹਾਂ। ਪੂਰੇ ਮੁਲਕ ਦਾ ਢਿੱਡ ਭਰਨ ਲਈ ਅਸੀਂ 2-2, 3-3 ਫਸਲਾਂ ਇੱਕ ਸਾਲ 'ਚ ਲੈ ਰਹੇ ਹਾਂ। ਇੱਕ ਸਮਾਜ ਸੇਵਾ ਦਾ ਕੰਮ ਕਰ ਰਹੇ ਹਾਂ, ਦੇਸ਼ ਦਾ ਭਲਾ ਕਰ ਰਹੇ ਹਾਂ, ਪਰ ਨਾਲ ਦੀ ਨਾਲ ਸਾਨੂੰ ਇਹ ਵੀ ਸੋਚਣਾ ਪਏਗਾ ਕਿ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਇਸੇ ਤਰ੍ਹਾਂ ਬਣੀ ਰਹੇ। ਜੇ ਇਹ ਉਪਜਾਊ ਸ਼ਕਤੀ ਪ੍ਰਭਾਵਿਤ ਹੋ ਗਈ, ਘਟ ਗਈ ਅਤੇ ਸਾਡੀਆਂ ਜ਼ਮੀਨਾਂ ਨੇ ਝਾੜ ਦੇਣੇ ਬੰਦ ਕਰ ਦਿੱਤੇ ਤਾਂ ਸਾਡੇ ਲਈ ਰੋਜ਼ਮੱਰਾ ਦਾ ਜੀਵਨ ਟਪਾਉਣਾ ਵੀ ਮੁਸ਼ਕਲ ਹੋ ਜਾਏਗਾ। ਇਸ ਲਈ ਸਾਨੂੰ ਪਰਾਲੀ ਦਾ ਇਸ ਤਰੀਕੇ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ ਕਿ ਇਸ ਨੂੰ ਸਾੜਿਆ ਨਾ ਜਾਵੇ, ਸਗੋਂ ਇਹਨੂੰ ਜ਼ਮੀਨ ਦੇ ਵਿੱਚ ਹੀ ਕਿਸੇ ਤਰੀਕੇ ਨਾਲ ਮਿਲਾਇਆ ਜਾਵੇ। ਉਹਦੇ ਕੀ ਤਰੀਕੇ ਹੋ ਸਕਦੇ ਆ ਉਹ ਆਪਾਂ ਥੋੜ੍ਹਾ ਅੱਗੇ ਜਾ ਕੇ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਭਾਰਤ ਸਰਕਾਰ ਨੇ ਜਿਹੜਾ ਪਰਾਲੀ ਸਾੜਨ 'ਤੇ ਜੁਰਮਾਨਾ ਲੱਗਦਾ ਸੀ ਉਹਦੀ ਰਕਮ ਦੁੱਗਣੀ ਕਰ ਦਿੱਤੀ ਹੈ। ਯਾਨੀ ਪਹਿਲਾਂ ਜਿੰਨਾ ਜੁਰਮਾਨਾ ਲੱਗਦਾ ਸੀ ਉਸ ਤੋਂ ਦੁੱਗਣਾ ਜੁਰਮਾਨਾ ਲੱਗੇਗਾ। ਇਸ ਲਈ ਕਿਸਾਨ ਭਰਾਵਾਂ ਨੂੰ ਇੱਕ ਵਾਰ ਫਿਰ ਬੇਨਤੀ ਹੈ ਕਿ ਆਪਾਂ ਇਸ ਪਾਸੇ ਨਹੀਂ ਜਾਣਾ, ਪਰਾਲੀ ਨਹੀਂ ਸਾੜਨੀ। ਇਹ ਜਿਹੜਾ ਫੈਸਲਾ ਹੈ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਭਾਰਤ ਸਰਕਾਰ ਨੇ ਲਿਆ ਹੈ। ਪਹਿਲਾਂ ਜਿਵੇਂ 2 ਏਕੜ ਤੱਕ ਆਪਾਂ ਜਾਣਦੇ ਸੀ ਕਿ ਕੋਈ ਕਿਸਾਨ ਪਰਾਲੀ ਸਾੜਦਾ ਸੀ ਉਹ ਤਾਂ ਉਹਨੂੰ 2500 ਰੁਪਏ ਜੁਰਮਾਨਾ ਸੀ। ਹੁਣ ਨਵੇਂ ਫੈਸਲੇ ਅਨੁਸਾਰ ਇਹ ਜੁਰਮਾਨਾ 5000 ਰੁਪਇਆ ਲੱਗੇਗਾ। 2 ਤੋਂ 5 ਏਕੜ ਤੱਕ ਅਗਰ ਕੋਈ ਪਰਾਲੀ ਸਾੜਦਾ ਸੀ ਤਾਂ ਪਹਿਲਾਂ ਉਹਨੂੰ 5000 ਰੁਪਏ ਜੁਰਮਾਨਾ ਲੱਗਦਾ ਸੀ, ਹੁਣ ਇਹ 10000 ਰੁਪਏ ਲੱਗੇਗਾ। ਅਤੇ 5 ਏਕੜ ਤੋਂ ਵੱਧ ਜਿਹੜਾ ਪਹਿਲਾਂ 15000 ਰੁਪਏ ਜੁਰਮਾਨਾ ਸੀ ਹੁਣ ਉਸ ਨੂੰ ਵਧਾ ਕੇ 30000 ਰੁਪਇਆ ਕਰ ਦਿੱਤਾ। ਯਾਨੀ ਪਰਾਲੀ ਸਾੜਨ 'ਤੇ ਲੱਗਣ ਵਾਲਾ ਜੁਰਮਾਨਾ ਹੈ ਜਿਹੜਾ ਦੁੱਗਣਾ ਕਰ ਦਿੱਤਾ ਹੈ। 2 ਏਕੜ ਤੱਕ 5000, 2 ਤੋਂ 5 ਏਕੜ ਤੱਕ 10000, 5 ਏਕੜ ਤੋਂ ਵੱਧ ਲਈ ਇਹ ਜੁਰਮਾਨਾ 30000 ਰੁਪਏ ਕਰ ਦਿੱਤਾ ਗਿਆ। ਇਸ ਤੋਂ ਬਿਨਾਂ ਇਸ ਵਾਰ ਮਾਨਯੋਗ ਸੁਪਰੀਮ ਕੋਰਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੇ ਮੱਦੇਨਜ਼ਰ FIR ਵੀ ਦਰਜ ਹੋ ਰਹੀਆਂ। ਲਗਭਗ ਜੋ ਵੀ ਕੋਈ ਪਰਾਲੀ ਸਾੜ ਰਿਹਾ ਉਹਦੀ ਰਿਪੋਰਟ ਆਉਂਦੀ ਹੈ ਜਿਵੇਂ ਹੀ ਉਹਦੇ 'ਤੇ FIR ਦਰਜ ਹੁੰਦੀ ਹੈ। ਕਿਸਾਨ ਭਰਾਓ, ਆਪਾਂ ਸਾਰੇ ਜਾਣਦੇ ਹਾਂ ਕਿ ਥਾਣੇ ਕੋਰਟ ਕਚਹਿਰੀਆਂ ਦੇ ਚੱਕਰ ਬਹੁਤ ਮਹਿੰਗੇ ਪੈਂਦੇ ਹੈ। ਇਹ ਸੱਚ ਹੈ, ਤੁਹਾਡੀ ਗੱਲ 'ਚ ਬਿਲਕੁਲ ਸੱਚ ਹੈ ਕਿ ਪਰਾਲੀ ਨੂੰ ਸੰਭਾਲਣ ਲਈ ਸਾਨੂੰ ਕਾਫੀ ਯਤਨ ਕਰਨੇ ਪੈਂਦੇ ਆ, ਪਰ ਸਾਨੂੰ ਆਪਣੇ ਪਰਿਵਾਰ ਨੂੰ ਅਜਿਹੀਆਂ ਕੋਰਟ ਕਚਹਿਰੀਆਂ ਤੋਂ ਬਚਾਉਣ ਲਈ ਅਜਿਹੇ ਯਤਨ ਕਰ ਲੈਣੇ ਚਾਹੀਦੇ ਹੈ। ਇਹ ਯਤਨ ਸਸਤੇ ਪੈਣਗੇ ਮੁਕਾਬਲਤਨ ਅਸੀਂ ਕਈ ਸਾਲ ਕੋਰਟ ਕਚਹਿਰੀਆਂ ਦੇ ਧੱਕੇ ਖਾਂਦੇ ਫਿਰੀਏ, ਸੋ ਬਿਹਤਰ ਰਹੇਗਾ। ਔਰ ਜਦੋਂ ਅਜਿਹੇ ਕੇਸ ਮਾਨਯੋਗ ਸੁਪਰੀਮ ਕੋਰਟ ਦੀਆਂ ਦਿਸ਼ਾ ਨਿਰਦੇਸ਼ਾਂ 'ਤੇ ਇਹ ਸਾਰੀਆਂ ਕਾਰਵਾਈਆਂ ਹੋ ਰਹੀਆਂ ਤਾਂ ਫਿਰ ਹੇਠਲੀਆਂ ਕੋਰਟਾਂ ਵਿੱਚ ਵੀ ਵੱਧ ਤੋਂ ਵੱਧ ਸਜ਼ਾ ਮਿਲੇਗੀ, ਅਜਿਹਾ ਉਮੀਦ ਕੀਤੀ ਜਾਂਦੀ ਹੈ। ਤਾਂ ਆਪਾਂ ਇਹੋ ਜਿਹੀ ਕਿਸੇ ਉਲਝਣ 'ਚ, ਕਾਨੂੰਨੀ ਉਲਝਣ 'ਚ ਨਾ ਪਈਏ ਔਰ ਆਪਣੀ ਜਿਹੜੀ ਜ਼ਮੀਨ ਹੈ ਉਹਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਮਿਹਨਤ ਕਰਨੀ ਪਏਗੀ। ਕਰੀਏ, ਹੁਣ ਹੋਰ ਕੋਈ ਚਾਰਾ ਹੀ ਨਹੀਂ ਆਪਣੇ ਕੋਲ, ਤਾਂ ਫਿਰ ਇਹੀ ਇੱਕ ਤਰੀਕਾ ਹੈ। ਔਰ ਨਾਲੇ ਜੇ ਆਪਾਂ ਇਹ ਕਰਾਂਗੇ ਤਾਂ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ, ਮਜ਼ਬੂਤ ਹੋਏਗੀ, ਸਾਡੇ ਘਰ ਪਰਿਵਾਰ, ਆਪਾਂ ਵੀ ਤਾਂ ਪ੍ਰਦੂਸ਼ਣ ਤੋਂ ਬਚਾਂਗੇ। ਇੱਕ ਤੁਹਾਡੇ ਨਾਲ ਆંકੜਾ ਸਾਂਝਾ ਕਰਦੇ ਹਾਂ ਕਿ ਜਿਵੇਂ ਆਪਾਂ ਜਾਣਦੇ ਹਾਂ ਕਿ 1 ਏਕੜ 'ਚ ਲਗਭਗ 3 ਟਨ ਯਾਨੀ 30 ਕੁਇੰਟਲ ਪਰਾਲੀ ਐਵਰੇਜ ਨਿਕਲਦੀ ਹੈ। ਜੇ ਆਪਾਂ ਉਹਨੂੰ ਖੇਤ 'ਚ ਮਿਲਾ ਦਿੰਦੇ ਹਾਂ ਤਾਂ 1000 ਕਿਲੋ ਜੈਵਿਕ ਕਾਰਬਨ ਉਹਦੇ ਨਾਲ ਸਾਡੇ ਜ਼ਮੀਨ 'ਚ ਮਿਲਦਾ ਹੈ, 13 ਕਿਲੋ ਨਾਈਟ੍ਰੋਜਨ ਮਿਲਦੀ ਹੈ, 6 ਕਿਲੋ ਫਾਸਫੋਰਸ, 63 ਕਿਲੋ
पोटाश ते 3.5 किलो सल्फर, जिन्हां तत्तां नूं आपां उस तरीके नाल देखीए कि लगभग 6000 रुपए की जिहड़ी जमीन 'च तत्त आ जाते हैं। तो जे आपां सुपर सीडर या किसी किराए दी मशीनां नाल भी इहदा प्रबंध करते हैं तो 2-2.5 खर्चा आंदा है प्रति एकड़, तो लगभग 3000 की सानूं, हाँ वो ठीक है कि 3000 साडी जेब 'च नहीं आ रहे हैगे, पर वो अल्टीमेटली जदों साडी जमीन की उपजाऊ शक्ति वधेगी तो वो एक तरह नाल जेब 'च ही आउणगे। आउण वाले समय 'च साडी जमीन की ताकत वधेगी। और जे असीं पराली नूं साड़दे हां तो जदों असीं 1 टन पराली साड़ते हैं तो लगभग 1500 किलो कार्बन डाइऑक्साइड, 92 किलो कार्बन मोनोऑक्साइड जो कि जहरीली गैस होंगी है। कार्बन मोनोऑक्साइड जहरीली गैस, जेकर ਜਿਹੜੇ ਆਪਾਂ ਖਬਰਾਂ नहीं सुनते कि बई बंदा अंगीठी ला के सुत्ता सी, सौ गए कमरे के अंदर, परिवार सुत्ता रह गया, उत्थे कार्बन मोनोऑक्साइड गैस बड़ी होंगी है तो वो एक जहरीली गैस है जिहदे नाल मौत तक हो जाती है मनुख की। वो निकलती हैगी आ 3.5 किलो, 4 किलो नाइट्रिक ऑक्साइड गैस निकलती है, 0.4 किलो सल्फर ऑक्साइड गैस निकलती है, लगभग 2.5-3 किलो मीथेन ते 15 किलो ऑर्गेनिक कंपाउंड है जिहड़े निकलते हैं। तो ये जिहड़ी पराली साड़न ते यानी एवरेज 7% है टोटल जिहड़ा उहदे चों गैसां निकलदियां, 7% कार्बन मोनोऑक्साइड गैस है। वो गैस होंदी है जिहदे नाल मनुख दी या जीवां दी मौत हो जाती है। जिवें आपां पहिलां दस्सिआ तुहानूं खबरां पढ़दे हां कि कोई अंगीठी बाल के सुत्ता सी, कमरे अंदर कोले बाल के सुत्ता सी, पाथियां ला के सुत्ता सी ते मौत हो जाती है। वो यही गैस करके हुंदी है। तो ये गैस इन्नी मात्रा च हुण आपां जद पराली नूं सड़दी है तो किन्नी अपने वातावरण च आंदी होगी, तो सारी आपां ही वो सारी गैस लै रहे हैं साह नाल, ते बीमारियां आपां नूं ही हो रही हैं। सो इस करके आपां जिवें किवें भी आपां इहदा प्रबंध कर सकीए, भावें इहनूं असीं खेत च मिलाइए, भावें मल्चिंग वाली विधि है उहदे नाल असीं कणक की बिजाई करिए, या सुपर सीडर या सरफस सीडर नाल इहदी बिजाई करिए, या इहनूं एक बार तुसीं कुछ पराली नूं बाहर कढ के पशुआं थल्ले विछाउण लई भी रख सकते हो। गोबर नाल मिल के बहुत अच्छी खाद बन जाएगी तो वापस असीं उहनूं अपने खेत विच ही भेज दांगे। तो कोई भी तरीका हीला वरतीए, आपां इहनूं अग ना लाइए। हुण बहुत सख्ती हुई है और ये साडे परिवारां लई बाद च मुश्किल दा कारण भी बन सकदी है। जमीन के रिकॉर्ड च रैड एंट्री भी हो रही है, जिवें हरियाणा च ते ਉਹਦੇ 'ਚ ਇਹ ਵੀ ਕਿਹਾ ਜਾ ਰਿਹਾ ਕਿ ਜ਼ਮੀਨ ਤੁਸੀਂ ਫਸਲ ਨਹੀਂ ਵੇਚ ਪਾਓਗੇ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਉਲਝਣਾਂ ਹੈ ਉਹਨਾਂ ਤੋਂ ਸਾਨੂੰ ਬਚਣ ਲਈ ਅੱਜ ਥੋੜ੍ਹੇ ਜਿਹੇ ਯਤਨ ਕਰ ਲਾਂਗੇ। ਔਰ ਆਪਾਂ ਪੰਜਾਬੀ ਤਾਂ ਜਾਣੇ ਵੀ ਇਸ ਲਈ ਜਾਂਦੇ ਹਾਂ ਕਿ ਇੱਕ ਦੂਜੇ ਦੀ ਮਦਦ ਕਰਦੇ ਹਾਂ। ਸੋ ਆਪਾਂ ਇੱਕ ਦੂਜੇ ਦੀ ਮਦਦ ਵੀ ਕਰੀਏ। ਜਿਸ ਕਿਸੇ ਕੋਲੇ ਮਸ਼ੀਨਾਂ ਹੈ ਉਹ ਹੋਰ ਕਿਸੇ ਸਾਥੀ ਦੀ ਮਦਦ ਕਰੇ, ਮਸ਼ੀਨਾਂ ਕਿਰਾਏ 'ਤੇ ਦੇਵੇ। ਅਤੇ ਇਸ ਤਰੀਕੇ ਨਾਲ ਆਪਾਂ ਕਿਸੇ ਵੀ ਤਰੀਕੇ ਨਾਲ ਆਪਾਂ ਪਰਾਲੀ ਨੂੰ ਅੱਗ ਲਾਉਣ ਤੋਂ ਬਚੀਏ। ਇਹ ਇੱਕ ਬਹੁਤ ਜਿਹੜਾ पर्यावरण का ही नुकसान नहीं हो रहा, साड़ी अपनी जमीन, साड़ी अपनी सेहत का नुकसान हो रहा है। और नाल दी नाल जे ये रिपोर्ट आ जाती है सैटेलाइट, तो फिर जी FIR हो रही हैं, जुर्माने लग रहे हैं, रैड एंट्रीज हो रही हैं, तो बहुत बड़िया कानूनी पेचीदगियां च फस जाने आपां। ते आपां इस तों गुरेज करिए। नाले आपां नूं ते साहिब श्री गुरु नानक देव जी ने संदेश ही जपजी साहिब च आपां पाठ करते हैं रोज़, पवन गुरु पानी पिता माता धरत महत। तो उस चीज़ नूं आपां जिम्मेवारी नाल समझिए, गुरु साहब के संदेश का पालन करिए और अपने वातावरण नूं बचाउण लई, अपनी खेती नूं बचाउण लई, अपनी सेहत नूं, अपनी जमीन की सेहत नूं बचाउण लई पराली नूं अग लाउण तों गुरेज करिए। थैंक यू।